ਸੋਰਠ ਬਾਣੀ ਭਗਤ ਭੀਖਣ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਧਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈਂ ਪਰਾਨੀ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾਂ ਲੈ ਉਵਾਰੀ। ਰਹਾਉ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰਿਜੇ ਮਾਹੀ। ਐਸੀ ਬੇਦਨ ਉਪਜ ਖਰੀ ਭਈ, ਵਾਕਾ ਔਖਦ ਨਾਹੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਏ ਔਖਦ ਜਗ ਸਾਰਾ। ਗੁਰ ਪ੍ਰਸਾਦ ਕਹਿ ਜਨ ਭੀਖਨ, ਪਾਵੋ ਮੋਖ ਦੁਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਅੰਦਰ ਭਗਤ ਭੀਖਣ ਜੀ ਦੇ ਇਹ ਦੋ ਪਾਵਨ ਸ਼ਬਦ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਹੈ। ਪਰਮਾਤਮਾ ਇੱਕ ਹੈ, ਸਰਬ ਪ੍ਰਕਾਸ਼ਕ, ਸਰਬ ਵਿਆਪਕ, ਸਰਬ ਸ਼ਕਤੀਵਾਨ ਹੈ, ਔਰ ਸੱਚੇ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਸੋਝੀ ਪ੍ਰਾਪਤ ਹੁੰਦੀ। ਭਗਤ ਭੀਖਣ ਜੀ ਦਾ ਪਿਛੋਕੜ ਇਹ ਯੂਪੀ ਦੇ ਕਿਸੇ ਨਗਰ ਦੇ ਰਹਿਣ ਵਾਲੇ ਹਨ। ਇਹਨਾਂ ਦੀ ਸੰਗਤ ਭਗਤ ਭੀਖਣ ਜੀ ਦੀ ਭਗਤ ਪੀਪਾ ਜੀ ਨਾਲ ਸੀ, ਔਰ ਪੀਪਾ ਜੀ ਦੇ ਰਾਹੀਂ ਇਹਨਾਂ ਦਾ ਮਿਲਾਪ ਭਗਤ ਰਾਮਾਨੰਦ ਜੀ ਨਾਲ ਹੋਇਆ, ਤੇ ਭਗਤ ਰਾਮਾਨੰਦ ਜੀ ਤੋਂ ਪਰਮੇਸ਼ਵਰ ਦੀ ਭਗਤੀ ਦਾ ਉਪਦੇਸ਼ ਲੈ ਕੇ ਇਹ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਗਏ। ਹੋਰ ਵਧੇਰੇ ਇਹਨਾਂ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ, ਪਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਇੱਕੋ ਹੀ ਕਸਵੱਟੀ ਰੱਖੀ ਕਿ ਜਿਹੜੇ ਮਹਾਂਪੁਰਖ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ, ਔਰ ਉਸ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਪਾਸੇ ਜਿਨ੍ਹਾਂ ਦਾ ਧਿਆਨ ਨਹੀਂ, ਉਹਨਾਂ ਦੀ ਬਾਣੀ ਨੂੰ ਆਪ ਇਕੱਤਰਿਤ ਕੀਤਾ। ਤੇ ਇਸ ਤਰ੍ਹਾਂ ਇਹ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਗੁਰੂ ਅੰਗਦ ਦੇਵ ਜੀ ਕੋਲ ਆਈ। ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਇਹ ਬਾਣੀ ਗੁਰੂ ਅਮਰਦਾਸ ਜੀ ਕੋਲ ਆਈ, ਔਰ ਇਹੀ ਬਾਣੀ ਗੁਰੂ ਰਾਮਦਾਸ ਜੀ ਕੋਲ ਪਹੁੰਚੀ। ਤੇ ਫਿਰ ਇਸ ਬਾਣੀ ਨੂੰ ਪੰਜਵੇਂ ਜਾਮੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਥਾਂ ਪਰ ਥਾਂ ਰਾਗਾਂ ਵਿੱਚ ਇਸ ਨੂੰ ਸੈੱਟ ਕੀਤਾ। ਹਾਂ, ਭਗਤਾਂ ਦੀ ਬਾਣੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਕਿ ਕਿਸ ਤਰ੍ਹਾਂ ਉਹ ਪਰਮਾਤਮਾ ਨਾਲ ਇਕਮਿਕ ਹੋ ਕੇ ਗੱਲਾਂ ਕਰਦੇ ਨੇ। ਕਾਸ਼ ਕਦੇ ਸਾਡੇ 'ਤੇ ਵੀ ਐਸੀ ਕਿਰਪਾ ਹੋ ਜਾਏ ਤੇ ਅਸੀਂ ਭਗਤਾਂ ਦੀ ਬਾਣੀ ਤੋਂ ਪ੍ਰੇਰਨਾ ਲੈ ਕੇ
ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜ ਜਾਈ। ਭਗਤ ਜੀ ਇਹ ਸ਼ਬਦ ਦੀ ਰਹਾਉ ਦੀ ਪੰਗਤੀ ਵਿੱਚ ਉਸ ਪਰਮਾਤਮਾ ਨਾਲ ਗੱਲ ਕਰਦੇ ਨੇ। ਰਾਮ ਰਾਏ ਹੋਏ ਬੈਦ ਬਨਵਾਰੀ। हे सोने राम, हे राजा राम, हे सारी सृष्टि ते हुक्म चलाउण वाले राम, होए बैद बनवारी। बनवारी भी परमात्मा का एक सिफाती नाम है, जो बन दा वाली है, जंगली फुल्लां दी माला पाउण वाला है, तथा सारे संसार रूपी भाग नूं संभालण वाला माली है। वख वख अर्थ विद्वानां ने, पर गल की ये अखर परमात्मा लई वरतिया। राम राए होए बैद बनवारी। जे तू अपने संतां दा सेवकां दा वैद बन जाए। वैद हकीम नूं कहंदे ने। जिवें वैद शरीरक बीमारियां दा इलाज करदा, हे वाहिगुरू जे तू साडा वैद बन जाए। अपने संतां ले उबारी। ਇਹਨੂੰ ਕਈ ਪ੍ਰੇਮੀ ਸੰਤੈ ਬੋਲਦੇ। ਜਦੋਂ ਕਿ ਇਸ ਦਾ ਨਿਯਮ ਇਹ ਹੈ ਕਿ ਜੇ ਹਾਹਾ ਮੁਕਤਾ ਹੈ, ਇਹਦੀ ਆਵਾਜ਼ ਕੰਨੇ ਵੱਲ ਜਾਏਗੀ। ਹਾਂ ਜੇ ਕਿਰਿਆ ਹੋਵੇ, ਵਰਬ ਹੋਵੇ, ਫਿਰ ਇਹਦੀ ਆਵਾਜ਼ ਲਾਂ ਵਾਲੇ ਪਾਸੇ ਜਾਏ। ਤੋ ਇਹ ਸੰਤਾਂ ਦਾ ਸਮੂਹ ਬਹੁਵਚਨ ਹੈ। ਰਾਮ ਰਾਏ होए बैद बनवारी। अपने संतां ले हो उबारी। ਜਿਹੜੇ ਤੁਹਾਡੇ ਸੰਤ ਨੇ, ਜਿਹੜੇ ਤੁਹਾਡਾ ਸਿਮਰਨ ਕਰਨ ਵਾਲੇ ਨੇ, ਤੁਸੀਂ ਉਹਨਾਂ ਲਈ ਆਪ ਹੀ ਹਕੀਮ ਬਣ ਕੇ ਉਹਨਾਂ ਨੂੰ ਇਸ ਦੇਹ ਅਧਿਆਸ ਤੋਂ, ਇਹ ਦੇਹ ਦੀ ਹੰਗਤਾ ਮਮਤਾ ਤੋਂ ਬਚਾ ਲੈਣਾ ਕਰ। हे वाहिगुरु, साडी ते अवस्था ये बन गई है। नैनो नीर बह तन खीना। आखिरी अर्थ कोई बहुते औखे नहीं, और ये हर मनुख ते टुकदे ने, क्योंकि आखिर इस शरीर की अवस्था तीन अवस्था कईयां हन। बाल अवस्था, जवानी अवस्था ते बुढ़ेपे दी अवस्था। ऐसा प्रतीत होंदा है कि भगत भीखण जी इस बिरध अवस्था विच परमात्मा दे चरनां विच बेनती करदे ने। हे वाहिगुरू, नैनो नीर बह तन खीना। अखां तो पानी चलन लग पे, कुदरती गल है। बिरध अवस्था विच अखां विच पानी आउंदा है। किसी नूं पुछो या अपनी अवस्था वल वेखो ते ये अवस्था का असर है, क्योंकि अखां देख देख के खीण हो गई ते थक गई ने। अखां चों पानी आउण लग। नैनो नीर बह तन खीना। शरीर जिहड़ा है वो खीना कमजोर हो गए। पै केस दुधवानी। जिहड़े केस हैं, वाल हैं, दुधवानी, दुध वर्गे चिट्टे हो गए। ये भी गल कुदरती है। बुढ़ेपे विच ये सारे लक्षण आ जाते हैं। अखां विचों पानी दा वगना, शरीर का कमजोर हो जाना ते केसां दा दुध वर्गे चिट्टे हो जाना। रूदा कंठ
ਸ਼ਬਦ ਨਹੀਂ ਉਚਰੈ। ਕੰਠ ਕਹਿੰਦੇ ਨੇ ਗਲੇ ਨੂੰ, ਤੇ ਰੂਦਾ ਦਾ ਮਤਲਬ ਹੈ ਰੁਕਿਆ ਹੋਇਆ। ਜਦੋਂ ਬਿਰਧ ਅਵਸਥਾ ਵਿੱਚ ਕਫ ਬਲਗਮ ਬਣਦੀ ਹੈ ਤੇ ਬੰਦਾ ਚਾਹੁੰਦਾ ਹੋਇਆ ਵੀ ਸਾਫ਼ ਸੁਰੀਲਾ ਨਹੀਂ ਬੋਲ ਸਕਦਾ। ਕਈ ਵਾਰੀ ਤੇ ਐਸੀ ਅਵਸਥਾ ਹੋ ਜਾਂਦੀ, ਇਉਂ ਲੱਗਦਾ ਜਿਵੇਂ ਸਤਵੇਂ ਖੂਹ ਵਿੱਚੋਂ ਬੋਲ ਰਿਹਾ। ਤੋ ਗੱਲ ਕੀ, ਭਗਤ ਜੀ ਨੇ ਇਸ ਬਿਰਧ ਅਵਸਥਾ ਦਾ ਇੱਕ ਨਕਸ਼ਾ ਖਿੱਚਿਆ। ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਹੇ ਪ੍ਰਾਨੀ, ਹੁਣ ਕੀ ਕਰੇਗਾ? ਤਥਾ ਹੁਣ ਵੀ ਤੈਨੂੰ ਪਰਮਾਤਮਾ ਵਾਲੇ ਪਾਸੇ ਧਿਆਨ ਨਹੀਂ ਆਇਆ। ਜਿਵੇਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਏ ਬਿਦ ਭਈ, ਤਉ ਨਾ ਹਰ ਰਸ ਲੀਨ। ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਬਲੇ, ਮਾਣੇ ਕਿਆ ਰਲੀਆਂ। ਇਹ ਬਿਰਧ ਅਵਸਥਾ ਦਾ ਉਹ ਸਰੂਪ ਜੋ ਲਗਭਗ ਹਰ ਬਿਰਧ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਦੇਖਣਾ ਪੈਂਦਾ। ਪਰ ਭਗਤ ਜੀ ਇੱਥੇ ਵੀ ਸਾਨੂੰ ਟੁੰਬਦੇ ਹਨ। ਹੇ ਪ੍ਰਾਨੀ, ਹਾਲੀ ਵੀ ਤੂੰ ਪਰਮਾਤਮਾ ਦੇ ਸਿਮਰਨ ਵਾਲੇ ਪਾਸੇ ਨਹੀਂ ਤੁਰਦਾ, ਹਾਲੀ ਵੀ ਤੂੰ ਉਹਦੀ ਯਾਦ ਵਿੱਚ ਨਹੀਂ ਜੁੜਦਾ। ਇਹ ਹਾਲਤ ਹੋ ਗਈ ਹੈ ਤੇਰੀ। ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਰਾਮ ਰਾਏ ਹੋਏ ਬੈਦ ਬਨਵਾਰੀ। ਹੇ ਸੋਹਣੇ ਰਾਮ, ਹੇ ਪ੍ਰਭੂ, ਜੇ ਤੂੰ ਹਕੀਮ ਬਣੇ ਤਾਂ ਤੂੰ ਆਪਣੇ ਸੰਤਾਂ ਨੂੰ ਇਸ ਦੇਹ ਅਧਿਆਸ ਤੋਂ ਬਚਾ ਲੈਂਦਾ। ਭਾਵ ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਇਹਨਾਂ ਰੋਗਾਂ ਤੋਂ ਬਚਾ ਲੈਂਦਾ ਤੇ ਆਪਣੇ ਚਰਨਾਂ ਨਾਲ ਲਾ ਲੈਣ। ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾਂ ਲੇਹ ਉਬਾਰੀ। ਰਹਾਉ ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ। ਬਿਰਧ ਅਵਸਥਾ ਵਿੱਚ ਮੱਥਾ ਪੀੜ ਕਰਨ ਲੱਗ ਪੈਂਦਾ, ਸਰੀਰ ਵਿੱਚ ਆਪਣੀ ਅਜੀਬ ਤਰ੍ਹਾਂ ਦੀ ਜਲਨ ਹੋਣ ਲੱਗ ਪੈਂਦੀ, ਕਦੇ ਹੱਥਾਂ ਵਿੱਚ, ਕਦੇ ਪੈਰਾਂ ਵਿੱਚ, ਕਦੇ ਕਿਸੇ ਸਰੀਰ ਤੇ ਹੋਣਾ। ਔਰ ਕਰਕ ਕਰੇਜੇ ਮਾਹੀ, ਕਲੇਜੇ ਦੇ ਅੰਦਰ, ਛਾਤੀ ਦੇ ਅੰਦਰ ਇੱਕ ਪੀੜਾ ਜੀ ਪੈਦਾ ਹੋ ਜਾਂਦੀ। ਭਾਵ ਕਿਸ ਕਿਸ ਅੰਗ ਦਾ ਜ਼ਿਕਰ ਕਰੀਏ, ਫਿਕਰ ਕਰੀਏ। ਬੁਢੀਪਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਬਿਮਾਰੀ, ਤੇ ਜਦੋਂ ਇਹ ਆਉਂਦਾ ਹੈ ਐਸਾ ਵੱਡਾ ਰੋਗ ਉੱਠ ਖਲੋਤਾ ਬੁਢੇਪੇ ਦਾ, ਇਹਦਾ ਕੋਈ ਇਲਾਜ ਹੀ ਨਹੀਂ। ਫਿਰ ਵੀ ਮਨੁੱਖ ਸਰੀਰ ਨਾਲ ਮੋਹ ਕਰਦਾ, ਫਿਰ ਵੀ ਇਸ ਦਾ ਹਾਲੀ ਪਰਮਾਤਮਾ ਵਾਲੇ ਪਾਸੇ ਧਿਆਨ ਨਹੀਂ। ਦੇਖਿਆ ਕਈ ਵਾਰੀ ਜਿਹੜੇ ਦੁਨੀਆਦਾਰੀ ਵਿੱਚ ਫਸੇ ਹੁੰਦੇ ਨੇ, ਉਹਨਾਂ ਨੂੰ ਕਹੋ ਵੀ ਨਾ ਬਈ ਹੁਣ ਤੇ ਰੱਬ ਨੂੰ ਚੇਤੇ ਕਰ ਲਓ, ਨਾ, ਬਿਲਕੁਲ ਇਸ ਪਾਸੇ ਆਉਣ ਲਈ ਤਿਆਰ। ਭਗਤ ਭੀਖਣ ਜੀ ਇੱਕ ਤਸਵੀਰ ਖਿੱਚ ਕੇ ਦੱਸਦੇ, ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ,
अब क्या करें परानी, राम राय होए बैद बनवारी, अपने संता ले हो उबारी, रहा हो माथे पीर शरीर जलन है, करक करे जे माही, ऐसी बेदन उपज खरी भई, वाह का औखद नाही। ਇਹੋ ਜੀ ਪੀੜਾ ਸਰੀਰ ਦੇ ਅੰਦਰ ਪੈਦਾ ਹੋ ਗਈ ਜਿਸ ਦਾ ਕੋਈ ਦਾਰੂ ਨਹੀਂ ਹੈ, ਕੋਈ ਔਖਦ ਨਹੀਂ ਹੈ। ਫਿਰ ਭਗਤ ਜੀ ਅਖੀਰ ਵਿੱਚ ਨਿਚੋੜ ਕੱਢਦੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਪਰਮੇਸ਼ਵਰ ਦਾ ਨਾਮ ਅੰਮ੍ਰਿਤ ਜਲ ਨਿਰਮਲ, ਉਹ ਅੰਮ੍ਰਿਤ ਜਲ ਹੈ, ਉਹ ਮੈਲ ਤੋਂ ਰਹਿਤ, ਜਿਹੜਾ ਇਹਨਾਂ ਸਾਰੇ ਰੋਗਾਂ ਨੂੰ ਨਿਵਰਤ ਕਰਨ ਦੇ ਸਮਰੱਥ। ਇਸ ਲਈ ਬਾਣੀ ਵਿੱਚ ਬਾਰ-ਬਾਰ ਕੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਫਰਮਾਉਂਦੇ, ਸਿਮਰਉ ਸਿਮਰ ਸਿਮਰ ਸੁਖ ਪਾਮੋ, ਕਲ ਕਲੇਸ਼ ਤਨ ਮਾਹੇ ਮਿਟਾਮੋ। ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। वेद पुराण सिमृत सुधाखिर, कीने राम नाम एक आखिर। किनका एक जिस जी बसावे, ताकि महिमा घनी ना आवे। सारी गुरबाणी ਇਹੋ ਸਮਝਾ ਰਹੀ, ਜੇ ਤੁਸੀਂ ਸਾਰੇ ਰੋਗਾਂ ਤੋਂ ਸਾਰੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ, फिर जप मन सतनाम सदा सतनाम। हलत पलत मुख उजल होइए, नित ध्याइए हर पुरख निरंजना। हलत सुख पलत सुख, नित सुख सिमरनो। नाम गोबिंद का सदा लीजै, मिटै कमाणे पाप चिराने। साध संगत मिल मोआ जीजै। साध संगत भगतां दा, महापुरखां दा, ਇਹ ਸਾਰਾ ਕੁਝ ਵਰਣਨ ਕਰਨ ਦਾ ਭਾਵ ਕੀ ਹੈ? ਸਾਨੂੰ ਸੁੱਤਿਆਂ ਨੂੰ ਜਗਾਉਣਾ, ਸਾਨੂੰ ਸਾਵਧਾਨ ਕਰਨਾ। ਬਾਣੀ ਗੁਰੂ ਜੀ ਬਾਰ-ਬਾਰ ਕਹਿੰਦੇ, ਜਾਗ ਲਿਓ ਰੇ ਮਨਾ, ਜਾਗ ਲਿਓ। ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਕਿਸੇ ਮਹਾਂਪੁਰਖ ਦੀ ਬਾਣੀ ਪੜ੍ਹ ਲਓ, ਸਾਰੇ ਮਹਾਂਪੁਰਖ ਇਹੋ ਹੀ ਗੱਲ ਸਮਝਾ ਰਹੇ। ਭਾਈ ਮਨੁੱਖਾ ਜਨਮ ਪਰਮਾਤਮਾ ਦੇ ਸਿਮਰਨ ਕਰਨ ਲਈ ਮਿਲਿਆ, ਜੇ ਹੁਣ ਨਹੀਂ ਕਰੋਗੇ ਫਿਰ ਕਦੋਂ ਕਰੋ? ਚਾਰ ਪਾਮ दोए सिंह गुंग मुख, तब कैसे गुन गई है। उठत बैठत ठेंगा पर है, तब कत मूंड लुकई है। हर बिन बैल बेराने हुई है, फाटे नाकन टूटे काधन। कोदो को पुस कही है, सारो दिन डोलत बन मैया। अजो न पेट अघई है, प्रमत फिरत तेलक के कप ज्यों। गत बिन रहन बेहई है, जन भगतन को कहो न मानो। कियो आपनो पई है। तो अखीर विच भगत जी इन्हां सारियां बीमारियां दा, तकलीफां दा जिक्र कर कहंदे ने, इन्हां दा कोई दारू ਇਹ ਤੇ ਅਵਸ਼ ਆਉਣੀਆਂ ਹੀ ਆਉਣੀਆਂ। ਜਦੋਂ ਬਿਰਧ ਅਵਸਥਾ ਆਵੇਗੀ, ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਲੱਛਣ ਮੇਰੇ ਤੁਹਾਡੇ ਸਭਨਾਂ ਤੇ ਆਉਣੇ। ਫਿਰ ਭਗਤ ਜੀ ਪ੍ਰੇਰਨਾ ਕਰਦੇ ਨੇ,
हर का नाम अमृत जल निर्मल, ए औखद जग सारा। हुण जिहड़ा सारा शब्द है इहनूं टोटल वास्ते भी कहा जाता है, पर इत्थे सारा का मतलब है श्रेष्ठ। जग दे गगे नूं सियारी है। जगत विच सब तो श्रेष्ठ दारू, हर का नाम अमृत जल निर्मल, ए औखद जग सारा। जगत के अंदर सब तो श्रेष्ठ दारू एक परमात्मा का नाम रूपी अमृत जल है। साध संगत अपने जीवन विच बाणी पढ़दियां पढ़ाउंदियां विचार कर कई तरह दीयां घटनावां होंदियां, पर एक गल दी जरूर चिंता भी है कि ऐसी बाणी साडे कोल होण दे बावजूद इहदी विचार न करन करके असी भी उसे लीह विच लगे होए। मैनूं एक घटना याद है, मैं किसी का नाम लेना ठीक नहीं समझता, क्योंकि जो सुने तो उन्होंने महसूस होगा। पर मेरा कहने का मतलब गुरबाणी के अर्थां नूं विचारन वालों असी बहुत अनगहली वरत रहे हैं। बड़े बड़े प्रसिद्ध कीर्तनी है, कीर्तन बड़ा सुंदर करते, कथावाचक कथा बड़ी सुंदर कर, पर किधरे किधरे आके अर्थां वालों बिल्कुल कोरे। मैनू घटना याद है, मैं विद्यार्थियों की क्लास लै रहा सी ते एक कीर्तनी है साडे कोल शाहबाद विच कीर्तन की सेवा करते सन। बड़े सुरीले बड़े मिठे सन। उन्होंने ये शब्द एक दिन सवेरे पढ़िया, बार बार पढ़िया, ते मैं उन्हों के उचारण तो यह समझ लिया भी इन्हों इस पंक्ति के अर्थ नहीं आते। वो कुदरती किसी काम जदों क्लास चल रही सी आए बैठे, ते मैं पूछया आओ किमें आए। जिस काम लिए आए सी उन्होंने दसिया। मैं इवें ही गुरु की प्रेरणा सदका मैं क्या भाई साहब अज तुसी सवेरे कीर्तन करदियां ये शब्द पढ़िया भगत भीखण जी का, बहुत प्यारा, बड़ा आनंद आया, पर मैनू एक पंक्ति के अर्थ समझ नहीं आए। जे तुसी कृपा करके समझा दो। पहला तो टाल मटोल करते हैं, नहीं नहीं तुहानू सब आउंदे ने, तुहानू सब पता है। मैं क्या नहीं, जे मैनू पता हुंदा मैं तुहानू क्यों पुछदा, तुसी कृपा करो। कहते दसो। मैं कहा जी हर का नाम अमृत जल निर्मल, ए औखद जग सारा। उन्होंने की अर्थ किए? हरि का नाम अमृत जल निर्मल, बाकी ये सारा जग औखा है। उन्होंने औखद के अर्थ औखा कर दिता, सारे का अर्थ टोटल जगत कर दिता। पर विचार के देखिए तो इस तरह की अनगहली गाफलपुणा मेरे समेत सारे ही असी कर रहे। भगत जी कह की रहे ने, हर का नाम अमृत जल निर्मल, ए औखद जग सारा। जगत के अंदर ये दारू सब तो श्रेष्ठ है, उत्तम है। अखीर विच भगत जी कहते गुर प्रसाद कह जन भीखण, पावो मोख दोबारा। आख्या जे गुरु की कृपा हो जाए, कह जन भीखण, भीखण जी कहते हैं, भगत भीखण जी कहते हैं, ये शरीरक मोह नूं मिटाण लई तथा इस शरीरक दी हंगता ममता तो बचन लई जे कोई श्रेष्ठ दारू है ते वो परमात्मा का नाम है। इसलिए सानू सारिਆਂ ਨੂੰ ਇਹ प्रेरणा है, जप मन सतनाम सदा सतनाम। हलत पलत मुख उजल होई है,
ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਾਂ ਹਰ ਸਿਮਰਨ ਬਹਿਆ ਤਾਂ ਉਪਾਦ ਗਤ ਕੀਨੀ। ਬੜ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਤੋ ਇਸ ਤਰ੍ਹਾਂ ਭਗਤ ਭੀਖਣ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਮੈਨੂੰ, ਤੁਹਾਨੂੰ, ਸਾਰੇ ਸੰਸਾਰ ਨੂੰ ਪ੍ਰੇਰਨਾ ਕੀਤੀ ਹੈ ਕਿ ਭਾਈ ਜੇ ਤੁਸੀਂ ਅਰੋਗ ਰਹਿਣਾ ਚਾਹੁੰਦੇ ਹੋ, ਜੇ ਜੀਵਨ ਸਫਲ ਕਰਨਾ ਚਾਹੁੰਦੇ ਹੋ ਤਾਂ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖ ਜਗ ਸਾਰਾ। ਜਗਤ ਦੇ ਅੰਦਰ ਸਭ ਤੋਂ ਸ੍ਰੇਸ਼ਟ ਦਾਰੂ ਇਹ ਹੈ ਤੇ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੋਖ ਦੁਆਰਾ। ਗੁਰੂ ਦੀ ਕਿਰਪਾ ਨਾਲ ਭਗਤ ਭੀਖਣ ਜੀ ਕਹਿੰਦੇ ਨੇ ਨਾਮ ਜਪ ਕੇ ਹੀ ਇਸ ਮੋਹ ਤੋਂ, ਇਹਨਾਂ ਵਿਕਾਰਾਂ ਤੋਂ, ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋਇਆ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ